ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਨੇ ਮਿੰਟੂ ਜੀ। ਸੋ ਪ੍ਰੋਗਰਾਮ 'ਚ ਕਰਦੇ ਆ ਉਹਨਾਂ ਨੂੰ ਸ਼ਾਮਲ, ਫਿਰ ਰੋਕਾ ਬਣਾਉਂਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼। ਇਹ ਆਇਲ ਚੇਂਜ ਵੀ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਕਹਿੰਦੇ ਵੀ ਪੰਜਾਬ ਸਰਕਾਰ ਇਨਸਾਫ ਦੇਣ ਦੇ ਵਿੱਚ ਤਕਰੀਬਨ ਫੇਲ ਹੋਈ ਹੈ ਕਰਨਲ ਬਾਠ ਨੂੰ, ਜਿਨ੍ਹਾਂ ਦੀ ਕੁੱਟਮਾਰ ਹੁੰਦੀ ਹੈ। ਇੱਕ ਇਨਕਾਊਂਟਰ ਤੋਂ ਵਾਪਸ ਆਏ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਉਸ ਕੁੱਟਮਾਰ ਤੋਂ ਬਾਅਦ ਬਹੁਤ ਕੁਝ ਹੋਇਆ। ਬਹੁਤ ਲੰਬਾ ਐਪੀਸੋਡ ਉਹ ਚੱਲਿਆ। ਆਪਾਂ ਦੇਖਿਆ ਕਿਸ ਤਰੀਕੇ ਦੇ ਨਾਲ ਧਰਨਾ ਲਗਾਇਆ ਜਾਂਦਾ ਹੈ, ਫਿਰ CM ਦੇ ਨਾਲ ਮੀਟਿੰਗ ਹੁੰਦੀ ਹੈ ਤੇ ਬਾਠ ਸਾਹਿਬ ਦੀ ਪਤਨੀ ਕਹਿੰਦੀ ਹੈ ਕਿ CM ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮੈਨੂੰ ਉਮੀਦ ਹੈ ਮੈਨੂੰ ਹੁਣ ਇਨਸਾਫ ਮਿਲੇਗਾ। ਮਾਮਲਾ ਚੰਡੀਗੜ੍ਹ ਦੀ ਪੁਲਿਸ ਕੋਲ ਚਲੇ ਗਿਆ। ਪਰ ਕੀ ਇੰਨੀ ਬੀਸੀ ਹੈ ਚੰਡੀਗੜ੍ਹ ਪੁਲਿਸ ਜੀ? ਹੁਣ ਗੱਲਬਾਤ ਕਿੱਥੇ ਤੱਕ ਆ ਕੇ ਖੜੀ ਹੈ? ਕਹਿੰਦੇ ਮਾਮਲਾ CBI ਨੂੰ ਸੌਂਪ ਦਿੱਤਾ ਗਿਆ। ਆਸ ਕੀਤੀ ਜਾਵੇ ਕਿ ਹੁਣ CBI ਇਸ ਨੂੰ ਚੰਗੇ ਤਰੀਕੇ ਦੇ ਨਾਲ ਨਜਿੱਠੂਗੀ, ਇਸ ਤੇ ਕਾਰਵਾਈ ਕਰੂਗੀ, ਜਾਂ ਫਿਰ ਐਂ ਹੀ ਉਹਨਾਂ ਲੋਕਾਂ ਨੂੰ ਕਹਿ ਲਈਏ ਤਰੱਕੀਆਂ ਮਿਲਦੀਆਂ ਰਹਿਣਗੀਆਂ ਤੇ ਜਿਨ੍ਹਾਂ ਨੇ ਇਨਸਾਫ ਦੀ ਭਾਲ ਕਰਨੀ ਹੈ ਉਹ ਭਾਲ ਹੀ ਕਰਦੇ ਰਹਿਣਗੇ। ਦੇਖੋ, ਇਸ ਮਾਮਲੇ ਦੇ ਵਿੱਚ ਨਾ ਇੱਕ ਤੇ ਇਹ ਚੀਜ਼ ਦੇਖਣ ਵਾਲੀ ਹੈ ਕਿ ਉਸ ਦਿਨ ਅਸਲੀਅਤ ਦੇ ਵਿੱਚ ਹੋਇਆ ਕੀ ਆ ਜੀ। ਮਤਲਬ ਕਿ ਦੋ ਧਿਰਾਂ ਦੇ ਅਲੱਗ-ਅਲੱਗ ਦੋਸ਼ ਇੱਕ ਦੂਜੇ ਤੇ ਕਿ ਸ਼ੁਰੂਆਤ ਕਿੱਥੋਂ। ਪਰ ਸ਼ੁਰੂਆਤ ਕਿਤੋਂ ਵੀ ਹੋਵੇ, ਪ੍ਰੋਫੈਸ਼ਨਲ ਪੁਲਿਸ ਫੋਰਸ ਦਾ ਕੰਮ ਨਹੀਂ ਹੈ ਇਹ ਕਿ ਤੁਸੀਂ ਕਿਸੇ ਨੂੰ ਇੰਨਾ ਕੁੱਟੋ ਕਿ ਉਹਨੂੰ ਸਰੀਰਕ ਕਰ ਲਓ। ਇਹ ਦੋ ਵੱਖ-ਵੱਖ ਬਿੰਦੂ ਨੇ ਸ਼ੁਰੂਆਤ ਦੇ ਵਿੱਚ। ਫਿਰ ਆ ਜਾਂਦੀ ਹੈ ਗੱਲ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਕਿਉਂ ਬਚਾਇਆ ਗਿਆ। ਤੁਹਾਨੂੰ ਅੱਜ ਇਸ ਕਿਉਂ ਦਾ ਜਵਾਬ ਵੀ ਦੇ ਦਿੰਦਾ। ਸਰ, ਇਹ ਜਿਹੜੇ ਇੰਸਪੈਕਟਰ ਨੇ ਇਹਨਾਂ ਦੇ ਨਾਮ ਕੱਢ ਕੇ ਦੇਖ ਲਓ। ਇਹ ਪਟਿਆਲਾ ਰੇਂਜ ਦੇ ਕਹਿ ਲਓ ਕਿ ਚੋਟੀ ਦੇ ਇੰਸਪੈਕਟਰ ਨੇ ਜੀ। ਕਿਸੇ ਵੀ ਪੁਲਿਸ ਫੋਰਸ ਦੇ ਵਿੱਚ ਇੱਕ ਇੰਸਪੈਕਟਰ ਬੜੀ ਮਹੱਤਤਾ ਰੱਖਦਾ। ਕਿਤੇ ਆਪਦੇ ਨੇੜੇ ਤੇੜੇ CIA ਸਟਾਫ 'ਚ ਲੱਗਾ ਇੰਸਪੈਕਟਰ ਵੇਖਿਓ ਕਿ ਉਹਦੀ ਵੁਕਤ ਇੱਕ ਵੇਲੇ ਕਹਿ ਲਓ ਕਿ DSP ਤੋਂ ਵੀ ਜ਼ਿਆਦਾ ਹੋ ਜਾਂਦੀ ਆ ਜੀ। ਉਹ ਮਤਲਬ ਕਿ ਗੁੱਡ ਬੁੱਕ ਚੇਨਾ ਹੁੰਦਾ ਅਫਸਰਾਂ ਦੇ। ਕਈ ਇੰਸਪੈਕਟਰ ਇਹੋ ਜਿਹੇ ਆ, ਤੁਸੀਂ ਇੱਥੇ ਅਮਰੀਕਾ 'ਚ ਬੰਦੇ ਬੈਠੇ ਆ ਜਿਹੜੇ ਪੁਲਿਸ ਫੋਰਸ ਦਾ ਹਿੱਸਾ ਰਹੇ ਜਾਂ ਮਤਲਬ ਕਿ ਪੰਜਾਬ ਪੁਲਿਸ ਨੂੰ ਬਰੀਕੀ ਨਾਲ ਜਾਣਦੇ ਆ, ਕਿ ਜਿਨ੍ਹਾਂ ਦੇ ਮਤਲਬ ਕਿ ਤਾਲੁਕਾਤ ਜਿਹੜੇ ਹੈਗਾ DIG ਤੇ IG DGP ਤੱਕ ਵੀ ਹੁੰਦੇ ਆ ਜੀ। ਤਾਂ ਇੱਥੇ ਜਿਹੜੇ ਇਹ ਇੰਸਪੈਕਟਰ ਨੇ ਉਹ ਫੋਰਸ ਦਾ ਮਹੱਤਵਪੂਰਨ ਹਿੱਸਾ ਨੇ। ਚੰਗੇ ਨੇ ਮੰਦੇ ਨੂੰ ਬਾਅਦ 'ਚ ਜੀ। ਜਦੋਂ ਇਸ ਤਰ੍ਹਾਂ ਦਾ ਮਾਮਲਾ ਆਉਂਦਾ ਹੈ ਤਾਂ ਪੁਲਿਸ ਦੀ ਪੋਲਿਟਿਕਸ ਬਾਹਰ ਨਹੀਂ ਆਉਂਦੀ ਕਦੇ ਵੀ। ਜੀ। ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ, ਪੁਲਿਸ ਦੀ ਪੋਲਿਟਿਕਸ ਵੀ ਹੁੰਦੀ ਹੈ। ਪੁਲਿਸ ਦੀ ਪੋਲਿਟਿਕਸ ਦਾ ਇੱਕ ਨਮੂਨਾ ਵੀ ਤੁਹਾਨੂੰ ਦੇ ਦੇਣਾ। ਜੇ ਹੁਣ ਆਡੀਅנס ਕਵੇ ਕਿ ਬਈ ਇਹ ਕੁਥਾਂ ਹੈ, ਮਤਲਬ ਕਿ ਗੱਲ ਜਿਹੜੀ ਹੈ ਨਹੀਂ, ਤਾਂ ਮੈਂ ਤੁਹਾਨੂੰ ਮਿਸਾਲ ਦੇ ਦੇਣਾ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਜੋ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦਾ ਮਾਮਲਾ ਸੀ, ਉਸ ਮਾਮਲੇ 'ਚ 2 ਲੌਬੀਆਂ ਬਣ ਗਈਆਂ ਸੀ। ਤੁਹਾਨੂੰ ਯਾਦ ਹੋਏਗਾ ਉਸ ਵੇਲੇ ਕੈਪਟਨ ਨੂੰ ਅਧਿਕਾਰਤ ਤੌਰ ਤੇ ਬਿਆਨ ਦੇਣਾ ਪਿਆ ਸੀ ਕਿ ਬਿਆਨਬਾਜ਼ੀਆਂ ਨਾ ਕੀਤੀਆਂ ਜਾਣ। ਸੋ ਸਮਝ ਗਏ ਨਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਸਾਰਾ ਕੁਝ ਇਸ ਕਰਕੇ ਇਹਨਾਂ ਨੇ ਕੀਤਾ ਕਿਉਂਕਿ ਇਹ ਉਹਨਾਂ ਇੰਸਪੈਕਟਰਾਂ ਨੂੰ ਫਸਦਾ ਨਹੀਂ ਸਨ ਵੇਖਣਾ ਚਾਹੁੰਦੇ ਜੀ। ਕਿਉਂਕਿ ਸਾਫ਼ ਹੈ ਨਾ, ਚਲੋ ਮੰਨ ਲਓ ਕਰਨਲ ਦੇ ਮੁੰਡੇ ਨੇ ਬਾਤ ਕੱਟ ਕਰਤੀ, ਕਰਨਲ ਨੇ ਕਰਤੀ, ਪਰ ਕੁੱਟਮਾਰ ਪਰਚਾ ਤੇ ਇਹਨਾਂ ਤੇ ਕੱਟਿਆ ਗਿਆ ਨਾ ਜੀ। ਸੱਟਾਂ ਦੀ ਪੁਸ਼ਟੀ ਹੋ ਗਈ,
ਮਾਮਲਾ ਹਾਈ ਪ੍ਰੋਫਾਈਲ ਬਣ ਗਿਆ, ਡਿਫੈਂਸ ਮਿਨਿਸਟਰੀ ਨਾਲ ਜੁੜ ਗਿਆ, ਜੀ ਆਰਮੀ ਨਾਲ ਜੁੜ ਗਿਆ। ਤਾਂ ਇਸ ਜੀ ਕਰਕੇ ਇਹਨਾਂ ਨੇ ਪ੍ਰੋਟੈਕਟ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਆ ਜਾਓ ਹੁਣ ਹਾਈ ਕੋਰਟ ਨੇ ਕਿਹਾ ਕਿ ਆਪਾਂ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੰਦੇ ਹਾਂ। ਹੁਣ ਚੰਡੀਗੜ੍ਹ ਪੁਲਿਸ ਨੇ ਵੀ ਨਿਕੰਮਾਪਣ ਦਿਖਾਇਆ। ਇਹਦਾ ਮਤਲਬ ਤੇ ਇਹੋ ਕਿ ਜੇ ਅਦਾਲਤ ਦੇ ਵਿੱਚ ਕਰਨਲ ਬਾਟ ਦੁਬਾਰਾ ਜਾਂਦੇ ਨੇ ਕਿ ਭਾਈ ਸਾਨੂੰ ਨਿਆਂ ਦੀ ਉਮੀਦ ਨਹੀਂ, ਜਾਂਚ ਪੜਤਾਲ ਜਿਹੜੀ ਹੈ ਉਹ ਨਿਰਪੱਖ ਢੰਗ ਦੇ ਨਾਲ ਅਗਾਂਹ ਨਹੀਂ ਵਧ ਰਹੀ, ਜੀ ਤਾਂ ਫਿਰ ਇਹਦਾ ਮਤਲਬ ਕਿ ਚੰਡੀਗੜ੍ਹ ਪੁਲਿਸ ਵੀ ਕਿਤੇ ਨਾ ਕਿਤੇ ਜਾਂ ਤਾਂ ਪੰਜਾਬ ਪੁਲਿਸ ਨਾਲ ਰਲ ਗਈ ਜਾਂ ਇਹਨਾਂ ਤੋਂ ਡਰ ਗਈ, ਜਾਂ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਜਾਂਚ ਕਰਨ ਦੇ ਵਿੱਚ ਨਾਕਾਮ ਰਹੀ। ਤਾਂ ਤੁਸੀਂ ਦੱਸੋ ਕਿ ਫਿਰ ਕੋਰਟ ਕੋਲ ਕੀ ਆਪਸ਼ਨ ਹੈ? ਜਦੋਂ ਪ੍ਰੋਫੈਸ਼ਨਲ ਪੁਲਿਸ ਦੋ ਥਾਵਾਂ ਤੇ ਕਿਸੇ ਮਾਮਲੇ ਦੇ ਵਿੱਚ ਕਾਰਨ ਜੋ ਮਰਜ਼ੀ ਹੈ, ਜਦੋਂ ਇਨਵੈਸਟੀਗੇਟ ਹੀ ਨਹੀਂ ਕਰ ਰਹੇ, ਕੋਰਟ ਨੇ ਤਾਂ ਇਨਵੈਸਟੀਗੇਸ਼ਨ ਦੇਖਣੀ ਹੈ ਨਾ ਸਰ। ਜੇ ਕੋਰਟ ਦੀ ਨਿਗਾਹ 'ਚ ਉਹਦਾ ਦੇ ਨਜ਼ਰੀਏ 'ਚ ਇਨਵੈਸਟੀਗੇਸ਼ਨ ਸਹੀ ਢੰਗ ਨਾਲ ਨਹੀਂ ਹੈ, ਤਾਂ ਫਿਰ ਕੀ ਹੋਏਗਾ? ਉਹ ਕਹਿਣਗੇ ਕਿ ਸਟੇਟਾਂ ਨੂੰ ਛੱਡ ਦਿਓ, ਯੂਟੀ ਨੂੰ ਛੱਡ ਦਿਓ, ਤੇ ਫਿਰ ਕੇਂਦਰੀ ਏਜੰਸੀ ਕੋਲ। ਪਰ ਜੇ ਮੰਨ ਲਓ ਕਿ ਪੰਜਾਬ ਸਰਕਾਰ ਤੋਂ ਬਾਹਰੀ ਹੋ ਕੇ ਯੂਟੀ ਦੇ ਵਿੱਚ ਜਿਹੜੀ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਆ ਉਹ ਕਿਸੇ ਹੋਰ ਦਬਾਅ ਦੇ ਤਹਿਤ ਕੰਮ ਕਰ ਰਹੀ ਸੀ, ਤਾਂ ਫਿਰ ਇਹਦਾ ਮਤਲਬ ਕਿ ਕੋਈ ਕੇਂਦਰੀ ਤਾਕਤ ਹੈ, ਤੇ ਕੇਂਦਰੀ ਤਾਕਤ ਤੇ ਫਿਰ ਸੀਬੀਆਈ ਦੀ ਪਿੱਠ ਤੇ ਵੀ ਹੋਏਗੀ। ਸੋ ਇਸ ਵਾਸਤੇ ਮਾਮਲਾ ਇਹ ਗੁੰਝਲਦਾਰ ਆ। ਸੀਬੀਆਈ ਇਹ ਨਹੀਂ ਹੁੰਦਾ, ਇਹ ਐਵੇਂ ਖਬਰਾਂ ਹੁੰਦੀਆਂ ਨੇ ਕਿ ਸੀਬੀਆਈ ਨੂੰ ਜਾਂਚ ਮਿਲ ਗਈ, ਪਤਾ ਨਹੀਂ ਕੀ ਕੁਝ ਹੋ ਜਾਏਗਾ। ਸਰ ਮੈਂ ਮਿਸਾਲ ਦੇਣਾ ਹੁੰਦਾ ਕਿ ਮੈਂ ਉਦੋਂ 6ਵੀਂ 7ਵੀਂ 'ਚ ਪੜ੍ਹਦਾ ਸੀ ਜਦੋਂ ਬੋਫੋਰਸ ਘੁਟਾਲਾ ਹੋਇਆ ਜੀ, ਤੇ ਮੇਰੇ ਬੁਢਾਪੇ ਤੇ ਜਵਾਨੀ ਆ ਗਈ ਜਦੋਂ ਬੋਫੋਰਸ ਘੁਟਾਲਾ ਬੰਦ ਹੋਇਆ। ਜੀ ਤੇ ਉਹ ਘੁਟਾਲਾ ਕੁਝ ਕਰੋੜ ਰੁਪਏ ਦਾ ਸੀ, ਗੂਗਲ ਕਰ ਲੈਣਾ ਨਾਲ ਨਾਲ, ਸ਼ਾਇਦ 60-65 ਕਰੋੜ ਦੇ ਆਸ-ਪਾਸ ਹੋਏਗਾ। ਤੇ ਸੀਬੀਆਈ ਇਨਕੁਆਇਰੀ ਚਲਦੀ ਮਤਲਬ ਕਿ ਇੱਥੋਂ ਤੱਕ ਆ ਗਈ ਕਿ ਸ਼ਾਇਦ ਉਹਦਾ ਖਰਚਾ ਹੀ ਕਈ ਸੈਂਕੜੇ ਕਰੋੜ 'ਚ ਆਇਆ ਜੀ, ਤੇ ਨਤੀਜਾ ਹੋਇਆ ਜ਼ੀਰੋ। ਮਤਲਬ ਕੁਝ ਕਰੋੜ ਦਾ ਘੁਟਾਲਾ, ਕਈ ਸੈਂਕੜੇ ਕਰੋੜ ਖਰਚ, ਕਈ ਦਹਾਕੇ ਸਮਾਂ, ਤੇ ਨਤੀਜਾ ਜ਼ੀਰੋ। ਸੋ ਏਡੀ ਛੇਤੀ ਨਹੀਂ ਹੁੰਦਾ। ਹਾਂ, ਮਾਮਲਾ ਜੇ ਕੇਂਦਰ ਨੇ ਵਧਾਉਣਾ ਚਾਹਿਆ, ਮਾਨ ਸਰਕਾਰ ਨੂੰ ਫਸਾਉਣਾ ਚਾਹਿਆ, ਫਿਰ ਇਹ ਐਨਕਾਊਂਟਰ ਤੱਕ ਵੀ ਜਾ ਸਕਦਾ, ਕਿਉਂਕਿ ਇਹ ਉਹੀ ਦਸਤਾ ਸੀ ਪੁਲਿਸ ਦਾ ਜਿਹੜਾ ਨਾਭੇ ਦੇ ਲਾਗੇ ਐਨਕਾਊਂਟਰ ਕਰਕੇ ਆਇਆ ਸੀ। ਤੇ ਜੇ ਐਨਕਾਊਂਟਰਾਂ ਦੀ ਗੱਲ ਤੁਰੀ ਕਿ ਇਹ ਜਿਹੜਾ ਦਸਤਾ ਸੀ ਇਹਨਾਂ ਦੀ ਥਾਣਿਓਂ ਰਵਾਨਗੀ, ਆਮਦ, ਸਾਰਾ ਕੁਝ ਉੱਥੋਂ ਚੈੱਕ ਹੋਣ ਲੱਗ ਪਿਆ। ਜੀ ਇਹ ਟੈਕਨੀਕਲ ਗੱਲਾਂ ਨੇ, ਸ਼ਾਇਦ ਆਡੀਅנס ਦਾ ਇੱਕ ਹਿੱਸਾ ਕਵੇ ਕਿ ਕੀ ਬੋਲੀ ਜਾਂਦੇ ਰਵਾਨਗੀ, ਆਮਦ, ਇਹ ਪੁਲਿਸ ਫੋਰਸ ਦੀ ਦਿਨਚਰਿਆ ਦਾ ਇੱਕ ਹਿੱਸਾ ਹੈ। ਰਜਿਸਟਰ ਦੇ ਵਿੱਚ ਕੌਣ ਕਿੰਨੇ ਵਜੇ ਕਿੱਥੋਂ ਥਾਣਿਓਂ ਕਾਸ ਕੰਮ ਵਾਸਤੇ ਨਿਕਲਿਆ, ਕਿੰਨੇ ਵਜੇ ਮੁੜਿਆ, ਇਸ ਦਰਮਿਆਨ ਉਸਨੇ ਕੀ ਕੁਝ ਕੀਤਾ, ਉਹ ਡੇਲੀ ਰਿਪੋਰਟ ਹੁੰਦੀ ਹੈ ਪੁਲਿਸ ਦੀ। ਸੋ ਜੇ ਉਹ ਸੀਬੀਆਈ ਨੇ ਉੱਥੋਂ ਪੱਟਣਾ ਸਟਾਰਟ ਕਰ ਦਿੱਤਾ ਤੇ ਜੇ ਇਸ ਐਨਕਾਊਂਟਰ ਨੂੰ ਵਿੱਚ ਲੈ ਲਿਆ ਤੇ ਫਿਰ ਐਨਕਾਊਂਟਰ ਤੇ 20-25 ਨੇ ਇਸ ਸਮੇਂ ਦੇ ਦੌਰਾਨ ਜਿਨ੍ਹਾਂ ਤੇ ਰੌਲਾ ਪਿਆ ਪੈਂਦਾ, ਤਾਂ ਕਿਤੇ ਸਾਰੇ ਹੀ ਨਾ ਹੌਲੀ ਹੌਲੀ ਸੀਬੀਆਈ ਕੋਲ ਚਲੇ ਜਾਣ। ਤਾਂ ਇਸ ਕਰਕੇ ਇਹ ਡਿਪੈਂਡ ਕਰਦਾ ਸੀਬੀਆਈ ਤੇ, ਕੇਂਦਰੀ ਸਰਕਾਰ ਤੇ, ਕਿ ਉਹ ਕਿੰਨੀ ਜਲਦੀ ਇਸ ਮਾਮਲੇ ਨੂੰ ਤਨ ਪੱਤਣ ਲਾਉਂਦੇ ਆ। ਜੀ, ਸੋ ਵੇਖਾਂਗੇ ਹੁਣ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ। ਨਜ਼ਰਾਂ ਇੱਕ ਵਾਰ ਫਿਰ ਤੋਂ ਟਿਕ ਜਾਣਗੀਆਂ, ਕਿਉਂਕਿ ਪਹਿਲਾਂ 2 ਕਾਰਗੁਜ਼ਾਰੀਆਂ ਟੈਸਟ ਹੋ ਚੁੱਕੀਆਂ ਨੇ 2 ਸੰਗਠਨਾਂ ਦੀਆਂ, ਤੇ ਅਨੁਸ਼ਾਸਿਤ ਜਿਹੜੇ ਕਹਿ ਸਕਦੇ, ਬਹੁਤ ਅਨੁਸ਼ਾਸਨ ਵਾਲੇ ਇਹ ਹੁੰਦੀਆਂ ਨੇ ਟੀਮਾਂ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਅਗਲੀ ਖਬਰ ਦਾ ਰੁਖ ਕਰਦੇ ਹਾਂ ਤਾਂ ਤਰਨਤਾਰਨ ਚੋਣ ਲਈ ਭਾਜਪਾ ਵਿੱਚ ਵੀ ਹਲਚਲ ਹੈ ਹੁਣ ਜੀ। ਹਾਂਜੀ, ਦੇਖੋ ਤਰਨਤਾਰਨ ਜ਼ਿਮਨੀ ਚੋਣ ਦਾ ਸਮਝ ਲਓ ਕਿ ਬਿਗਲ ਵੱਜ ਗਿਆ ਜੀ। ਉਹਦਾ ਵੱਡਾ ਕਾਰਨ ਇਹ ਹੈ ਕਿ ਲੁਧਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆਮ ਆਦਮੀ ਪਾਰਟੀ ਨੇ ਬਹੁਤ ਅਗੇਤੀਆਂ ਤਿਆਰੀਆਂ ਕਰਤੀਆਂ ਸਨ। ਅਰੋੜਾ ਸਾਹਿਬ ਦਾ ਅਸਤੀਫਾ ਜਾਂ ਅਰੋੜਾ ਸਾਹਿਬ ਦਾ ਐਲਾਨ, ਜਦੋਂ ਐਲਾਨ ਹੋ ਗਿਆ ਅਸਤੀਫਾ ਤੇ ਲਗਭਗ ਤਾਂ ਹੀ ਹੋ ਗਿਆ ਸੀ ਕਿ ਜਾਣਗੇ, ਠੀਕ ਹੈ ਜੀ, ਸਾਫ਼ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਕਾਂਗਰਸ ਨੇ ਵੀ
ਬਹੁਤ ਪਹਿਲਾਂ ਤਿਆਰੀਆਂ ਵਿੜ ਦਿੱਤੀਆਂ ਸਨ, ਪਰ ਭਾਜਪਾ ਤੁਹਾਨੂੰ ਪਤਾ ਹੈ ਇਸ ਮਾਮਲੇ 'ਚ ਪਛੜ ਗਈ ਸੀ, ਉਹਦਾ ਖਮਿਆਜ਼ਾ ਭੁਗਤਣਾ ਪਿਆ। ਹੁਣ ਅੱਜ ਇਹਨਾਂ ਨੇ, ਆਮ ਆਦਮੀ ਪਾਰਟੀ ਨੇ ਤੇ ਹਾਲੇ ਸੰਧੂ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਾਰਨਾ ਅਜੇ ਮੁਨਾਸਿਬ ਨਹੀਂ ਸਮਝਿਆ। ਟਿਕਟ ਦਿੰਦੇ ਆ ਕਿ ਨਹੀਂ ਦਿੰਦੇ ਉਹ ਬਾਅਦ ਦੀ ਗੱਲ ਆ, ਪਰ ਇਹਨਾਂ ਨੇ ਜੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਭਾਜਪਾ ਵਾਲਿਆਂ ਨੇ ਕਿ ਪਾਰਟੀ ਦੇ ਵੱਲੋਂ ਜਿਹੜੇ ਸਾਬਕਾ ਮੰਤਰੀ ਆ ਸੁਰਜੀਤ ਜਿਆਣੀ, ਜੀ ਫਾਜ਼ਿਲਕਾ ਦਾ ਬਹੁਤ ਵੱਡਾ ਨਾਮ ਆ, ਬੜਾ ਤਕੜਾ ਮੁਕਾਬਲਾ ਹੋਇਆ ਸੀ ਇਹਨਾਂ ਦਾ ਤੇ ਰੌਕੀ ਗੈਂਗਸਟਰ ਦਾ। ਜੀ ਸਾਡੇ ਲਾਗੇ ਆ ਇਹ ਜਿਹੜੀ ਫਾਜ਼ਿਲਕਾ ਦੀ ਕਹਾਣੀ ਹੈ ਨਾ, ਜੀ ਜੀ ਤੇ 2002 ਵਾਲੇ ਇਲੈਕਸ਼ਨ ਚ ਜਿਹੜਾ ਹੋਇਆ ਸੀ, ਨਹੀਂ ਜਨਰਲ ਇਲੈਕਸ਼ਨ ਨਹੀਂ, ਵਿਧਾਨ ਸਭਾ ਦਾ ਇਲੈਕਸ਼ਨ ਸੀ, ਉਸ ਵੇਲੇ ਅਸੀਂ ਜੈਨੀ ਦੇ ਪਿੰਡ ਸੀ ਟੈੜਾ ਚ। ਜੀ ਤਾਂ ਮਤਲਬ ਉਹ ਜਿਹੜੀ ਟੱਕਰ ਹੋਈ ਸੀ ਰੌਕੀ ਦੀ ਤੇ ਇਹਦੀ ਜੈਨੀ ਦੀ, ਉਹ ਚੱਕਿਆਂ ਚੋਂ ਅੱਗ ਕੱਢਣ ਵਾਲੀ ਸੀ, ਤੰਦੂਰ ਚ ਬਿੱਲਾ ਫਸ ਗਿਆ ਸੀ ਪੂਰੀ ਤਰ੍ਹਾਂ। ਕੁਝ ਕੁ ਸੈਂਕੜੇ ਵੋਟਾਂ ਦਾ ਫਰਕ ਰਹਿ ਗਿਆ ਸੀ, ਵੀ ਤੇ ਰੌਕੀ ਮਤਲਬ ਕਿ ਆਪਦਾ ਇਤਿਹਾਸ ਹੀ ਕੁਝ ਹੋਰ ਲਿਖ ਜਾਂਦਾ, ਸ਼ਾਇਦ ਉਹਦੀ ਮੌਤ ਵੀ ਟਲ ਜਾਂਦੀ। ਉਹ ਐਸਾ ਇਲੈਕਸ਼ਨ ਸੀ। ਤਾਂ ਬਹਰਹਾਲ ਇਹਨਾਂ ਦੀ ਬਹੁਤ ਪਕੜ ਹੈ ਸੰਗਠਨ ਦੇ ਵਿੱਚ, ਠੀਕ ਹੈ ਜੀ। ਪਰ ਜਦੋਂ ਖੇਤੀ ਕਾਨੂੰਨ ਆਏ ਸੀ ਤੇ ਮੈਂ ਪੁੱਛਿਆ ਸੀ ਤੇ ਇਹਨਾਂ ਨੇ ਮੇਰੇ ਕੋਲ ਮੰਨਿਆ ਸੀ, ਕਿਉਂਕਿ ਪਹਿਲੀ ਇੰਟਰਵਿਊ ਜੈਨੀ ਸਾਹਿਬ ਦੀ ਉਸ ਵੇਲੇ ਮੈਂ ਕੀਤੀ ਸੀ ਜਾ ਕੇ ਜੀ। ਇਹ ਪ੍ਰਵੀਨ ਜੀ ਵੀ ਮੇਰੇ ਨਾਲ ਸੀ, ਘਰ ਜਾ ਕੇ ਅਸੀਂ ਇੰਟਰਵਿਊ ਕੀਤੀ ਸੀ। ਤੇ ਪ੍ਰਵੀਨ ਜੀ ਨੂੰ ਕਿਤੇ ਆਫ ਦੀ ਰਿਕਾਰਡ ਪੁੱਛਿਓ ਕਿ ਜਿਵੇਂ ਅਸੀਂ ਇੰਟਰਵਿਊ 'ਚ ਬੈਠੇ ਤੇ ਜਦੋਂ ਦਾਸ ਦਾ ਨਾਂ ਲਿਆ ਪ੍ਰਵੀਨ ਜੀ ਨੇ ਤੇ ਕਿਵੇਂ ਕੈਮਰੇ ਇੱਕ ਵਾਰੀ ਰੁਕਵਾ ਦਿੱਤੇ ਗਏ ਸੀ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇਹਨੂੰ ਕਿੱਧਰ ਲੈ ਆਏ ਜੀ। ਤਾਂ ਗੱਲ ਇਹ ਆ ਕਿ ਇਹ ਜਿਹੜਾ ਹੁਣ ਜੈਨੀ ਸਾਹਿਬ ਨੂੰ ਇੱਧਰ ਲੈ ਆਏ ਨੇ, ਮਤਲਬ ਜੀ ਇਹ ਸੰਗਠਨ ਦੇ ਵਿੱਚ ਪਕੜ ਰੱਖਣ ਵਾਲੇ ਬੰਦੇ, ਪੁਰਾਣੇ ਬੰਦੇ ਆ। ਪਰ ਇਹਨਾਂ ਨੇ ਉਸ ਵੇਲੇ ਸਾਡੇ ਕੋਲ ਮੰਨਿਆ ਸੀ ਕਿ ਭਾਈ ਮੈਨੂੰ ਕੌਣ ਪੁੱਛਦਾ। ਬਾਅਦ ਦੇ ਵਿੱਚ ਬਿਲਕੁਲ ਹੀ ਉਲਟ ਹੋ ਗਿਆ ਸਨ, ਯਾਨੀ ਖੇਤੀ ਕਾਨੂੰਨਾਂ ਦੇ ਹੱਕ 'ਚ ਖਲੋ ਗਏ ਸੀ, ਜਦ ਕਿ ਪਹਿਲਾ ਜਿਹੜਾ ਇੰਟਰਵਿਊ ਸੀ ਉਹਨਾਂ ਦਾ ਉਹ ਦਸਤਾਵੇਜ਼ੀ ਸੀ ਸਾਡੇ ਕੋਲ ਕਿ ਇਹਨਾਂ ਨੇ ਮਤਲਬ ਕਿ ਸਹਿੰਦਾ ਜਿਹਾ ਉਹਦਾ ਵਿਰੋਧ ਵੀ ਕੀਤਾ ਸੀ। ਤਾਂ ਉਸ ਵੇਲੇ ਮੰਨੇ ਸੀਗੇ ਕਿ ਸਾਡੇ ਵਰਗਿਆਂ ਨੂੰ ਮੋਦੀ ਸਾਹਿਬ ਦੇ ਦਫ਼ਤਰ 'ਚ ਦਾਖਲਾ ਮਿਲਣਾ ਬੜਾ ਮੁਸ਼ਕਲ ਆ। ਜੀ ਜੀ ਖੈਰ, ਪਰ ਉਸ ਤੋਂ ਬਾਅਦ ਕਿਉਂਕਿ ਇਹਨਾਂ ਨੇ ਕਾਫੀ ਮੁਖਾਲਫਤ ਕੀਤੀ ਕਿਸਾਨੀ ਅੰਦੋਲਨ ਦੀ, ਫਿਰ ਬਾਅਦ ਦੇ ਵਿੱਚ ਇਹਨਾਂ ਦਾ ਵਜ਼ਨ ਵਧਿਆ, ਇਹਨਾਂ ਨੂੰ ਇੰਚਾਰਜ ਲਾ ਦਿੱਤਾ ਗਿਆ। KD ਭੰਡਾਰੀ ਬਹੁਤ ਪੁਰਾਣੇ ਨੇਤਾ ਨੇ, ਸਾਬਕਾ CPA ਨੇ, ਤੇ ਅੱਗੋਂ ਆ ਗਿਆ ਰਵੀਕਰਨ ਸਿੰਘ ਕਾਲੋਂ ਫੈਮਿਲੀ 'ਚ ਮਾਝੇ ਦਾ ਨਾਮ। ਸੋ ਇਹ ਵੀ ਉੱਥੇ ਹੁਣ ਨਿਯੁਕਤ ਕਰ ਦਿੱਤੇ ਗਏ ਨੇ। ਇਹਨਾਂ ਨੂੰ ਲਾ ਦਿੱਤਾ ਗਿਆ ਕੋ ਇੰਚਾਰਜ ਨਾਲ ਸਹਾਇਕ ਇੰਚਾਰਜ। ਤਾਂ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਪਹਿਲਾਂ ਹੀ ਚੁਣਾਵੀ ਮੈਦਾਨ 'ਚ ਉਤਰਨ ਦਾ ਐਲਾਨ ਕਰ ਚੁੱਕੀ ਆ। ਚਲੋ ਅੱਜ ਆਪਾਂ ਭਾਜਪਾ ਦੀ ਉਹ ਗੱਲ ਕਰ ਲਈਏ ਤਾਂ ਦੇਖੋ ਅਗੇਤੀਆਂ ਤਿਆਰੀਆਂ ਨੇ ਇਹਨਾਂ ਦੇ ਨਾਲ। ਉੱਥੇ ਮਨਦੀਪ ਮੰਨਾ ਵੀ ਹੈਗਾ ਜੀ, ਠੀਕ ਹੈ ਨਾ ਜੀ। ਸੋ ਇਹ ਚੀਜ਼ ਜਿਹੜੀ ਹੈ ਉਹ ਆਪਾਂ ਸਮਝ ਸਕਦੇ ਹਾਂ ਕਿ ਠੀਕ ਹੈ ਇਹਨਾਂ ਦੇ ਕੋਲ ਕੁਝ ਕੁ ਨਾਮ, ਕਾਲੋ ਫੈਮਿਲੀ ਆ ਗਈ ਮਾਝੇ ਦੇ ਵਿੱਚ, ਜਗਮੋਹਨ ਰਾਜੂ ਜੀ ਵੀ ਹੈਗੇ ਸਨ, ਕੰਮ ਕਰਦੇ ਸਨ, ਤਾਂ ਠੀਕ ਆ। ਪਰੰਤੂ ਮੇਰਾ ਹਾਲੇ ਵੀ ਮੰਨਣਾ ਹੈ ਕਿ ਮਾਝੇ ਵਾਲੇ ਭਾਵਾਂ ਦਾ ਦਿਲ ਜਿੱਤਣਾ ਦੂਰ ਆ, ਇਹ ਜਿੱਤ ਲੈਣ ਤੇ ਵੱਖਰੀ ਗੱਲ ਆ ਜੀ। ਕਿ ਇਸ ਭੇਡ ਦੇ ਵਿੱਚ ਜੋ ਮੁੱਖ ਤੌਰ ਤੇ ਲਾ ਲਓ ਆਮ ਆਦਮੀ ਪਾਰਟੀ, ਅਕਾਲੀ, ਕਾਂਗਰਸੀ ਜਾਂ ਅੰਮ੍ਰਿਤਪਾਲ ਸਿੰਘ ਦਾ ਅਕਾਲੀ ਦਲ ਵਾਰਸ ਪੰਜਾਬ ਦੇ, ਯਾਨੀ ਇਹ ਜਿਹੜਾ ਬਹੁਤ ਕੋਨਾ ਭੇਡ ਹੋਏਗਾ, ਕਿੰਨੇ ਕੋਨਾ ਹੁੰਦਾ ਫਿਰ ਦੇਖ ਲਾਂਗੇ। ਤਾਂ ਇਹਦੇ ਵਿੱਚ ਭਾਜਪਾ ਨੂੰ ਮੈਂ ਅੱਜ ਦੀ ਤਰੀਕ ਦੇ ਵਿੱਚ ਨਹੀਂ ਮੰਨਦਾ ਕਿ ਇਹ ਕੋਈ ਬਹੁਤ ਜ਼ਿਆਦਾ ਉੱਥੇ ਵਜਨ ਰੱਖਦੇ ਆ। ਪਰ ਜਿਵੇਂ ਮੈਂ ਕਿਹਾ ਕਿ ਭਾਈ ਇਹ ਦਿਲ ਜਿੱਤਣਾ ਇਹਨਾਂ ਦੇ ਹੱਥ ਦੇ ਵਿੱਚ ਆ, ਜਿੱਤ ਲੈਣ ਤਾਂ ਦੇਖਦੇ ਆ ਕੀ ਬਣਦਾ। ਪਰ ਫਿਲਹਾਲ ਯਾਨੀ ਜਿੰਨੀਆਂ ਮਜ਼ਬੂਤ ਦੂਜੀਆਂ ਧਿਰਾਂ ਹੈਗੀਆਂ ਨੇ ਤਾਰਨ ਇਹ ਉਹਨੇ ਮਜ਼ਬੂਤ ਹੈ ਨਹੀਂ, ਇਹ ਫੈਕਟ ਆ ਇਸ ਗੱਲ ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਅਰੋੜਾ ਦੇ ਮੁੰਡੇ ਨੂੰ ਰਾਹਤ ਮਿਲ ਗਈ ਹੈ, ਰਮਨ ਅਰੋੜਾ, ਜਿਨ੍ਹਾਂ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਸੀ
ਤੇ ਖਾਸ ਨੇੜੇ ਦੱਸੇ ਜਾਂਦੇ ਨੇ ਇਹ ਭਗਵੰਤ ਮਾਨ ਸਾਹਿਬ ਦੇ, ਤੇ ਖਾਸ ਤੌਰ ਤੇ ਉਹਨਾਂ ਦੇ ਪਰਿਵਾਰ ਦੇ। ਬੀਤੇ ਦਿਨੀ ਜਦੋਂ ਬਾਹਰ ਦਾ ਰਾਸਤਾ ਪਾਰਟੀ ਤੋਂ ਦਿਖਾਇਆ ਗਿਆ ਸੀ, ਅੰਮ੍ਰਿਤਸਰ ਤੋਂ ਵਿਧਾਇਕ ਜਿਹੜੇ ਨੇ ਕੁੰਵਰ ਵਿਜੇ ਪ੍ਰਤਾਪ ਹੋਣੀ, ਉਹਨਾਂ ਨੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਪਰ ਇਸ ਨੂੰ ਕਿਵੇਂ ਦੇਖਿਆ ਜਾਵੇ ਜੀ, ਜਿਹੜੀ ਰਾਹਤ ਮਿਲੀ ਹੈ ਹੁਣ ਅਰੋੜਾ ਸਾਹਿਬ ਦੇ ਮੁੰਡੇ ਨੂੰ? ਦੇਖੋ, ਜਿਹੜੀ ਅਰੋੜਾ ਦੀ ਕਹਾਣੀ ਆ ਉਹਨੂੰ ਰੈਪੀਟੀਸ਼ਨ ਦੇਣ ਦਾ ਤੇ ਕੋਈ ਫਾਇਦਾ ਹੀ ਨਹੀਂ ਹੈ। ਕਿਵੇਂ ਉਹ ਫੜਿਆ ਗਿਆ, ਕਿਹੜੇ ਉਹਦੇ ਤੇ ਦੋਸ਼ ਆ। ਉਤੋਂ ਜੀ ਦੋਸ਼ ਤੁਸੀਂ ਵਰਾ ਦਿੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਹਾਫ ਤੇ, ਕਿ ਬਈ ਉਹ ਦੋਸ਼ ਲਾ ਰਹੇ ਆ ਕਿ ਇਹ ਅਰੋੜਾ ਸਾਹਿਬ ਮਾਨ ਸਾਹਿਬ ਦੀ ਫੈਮਿਲੀ ਜਾਂ ਮਾਨ ਸਾਹਿਬ ਦੇ ਬਹੁਤ ਨਜ਼ਦੀਕੀ ਸੀ। ਇਹ ਜੀ ਨਜ਼ਦੀਕੀ ਸੀ ਤੇ ਫਿਰ ਇਹਨਾਂ ਨੂੰ ਚੱਕ ਥਲ ਦਾ ਸ਼ਿਕਾਰ ਕਿਉਂ ਕੀਤਾ ਗਿਆ? ਇਹਦਾ ਜੀ ਮਤਲਬ ਹੈ ਕੋਈ ਅੰਦਰੂਨੀ ਗੱਲ ਹੈ। ਤੇ ਜੇ ਜੀ ਅੰਦਰੂਨੀ ਗੱਲ ਆ ਤੇ ਫਿਰ ਅੰਦਰੂਨੀ ਗੱਲ ਤੇ ਇਹ ਵੀ ਆ ਜੀ ਕਿ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਤੋਂ ਨਾਰਾਜ਼ ਹੋ ਕੇ ਗਏ ਨੇ। ਇਹ ਵੀ ਸੁਣਿਆ ਮੈਂ। ਜੀ ਸਾਡੇ ਨਾਲ ਸੋਹਣਿਓ ਨਾਰਾਜ਼ਗੀ ਤੇ ਨਹੀਂ, ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ। ਤੋ ਚਲੋ ਉਹ ਲੱਗ ਜਾਏਗਾ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਨ ਸਾਹਿਬ ਦੀਆਂ ਕੋਈ ਪਾਵਰਾਂ 'ਚ ਫੇਰ ਕਟੌਤੀ ਕੀਤੀ ਜਾਂਦੀ ਹੈ। ਕਿਉਂਕਿ ਜਿਵੇਂ ਜਿਵੇਂ ਗੁੱਸਾ ਕੇਜਰੀਵਾਲ ਸਾਹਿਬ ਦਾ ਸਿਰ ਨੂੰ ਚੜ੍ਹਦਾ ਹੈ, ਉਹ ਸਿਆਸੀ ਤੌਰ ਤੇ ਕੋਈ ਨਾ ਕੋਈ, ਫਿਰ ਤੁਹਾਨੂੰ ਪਤਾ ਹੀ ਆ, ਤਿਗੜਮ ਜੀ ਲਾ ਦਿੰਦੇ ਨੇ। ਤਾਂ ਬਹਰਹਾਲ ਅਰੋੜਾ ਦਾ ਮਾਮਲਾ ਜਿਹੜਾ ਹੈ ਉਹਦੇ ਵਿੱਚ ਕੀ ਸੀਗਾ ਕਿ ਰਮਨ ਅਰੋੜਾ ਦੇ ਕੁੜਮ ਤੇ ਮੁੰਡੇ ਰਾਜਨ ਦੋਵਾਂ ਦੇ ਖਿਲਾਫ ਸ਼ਾਇਦ ਇਹਨਾਂ ਨੇ LOC ਵੀ ਜਾਰੀ ਕਰਵਾ ਦਿੱਤੀ ਸੀ। ਜੀ ਇਹ ਕਿਹਾ ਗਿਆ ਕਿ ਰਾਜਨ ਦੁਬਈ ਦੇ ਵਿੱਚ ਲੁਕਿਆ। ਫਿਰ ਉਹਨੇ ਹਾਈ ਕੋਰਟ ਦਾ ਰੁਖ ਕੀਤਾ। ਹਾਈ ਕੋਰਟ ਨੇ ਅੱਜ ਵੱਡੀ ਰਾਹਤ ਦੇ ਦਿੱਤੀ ਆ ਗੁਰਪ੍ਰੀਤ ਜੀ। ਜੀ ਜਦੋਂ ਕੋਈ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਰਾਹਤ ਹਾਸਲ ਕਰਦਾ, ਉਹ ਜੇ ਆਪਾਂ ਦੇਖੀਏ ਸ਼ਿਕਸਤ ਹੁੰਦੀ ਹੈ ਸਰਕਾਰ ਦੀ ਕਾਨੂੰਨੀ ਜੀ ਤੌਰ ਤੇ। ਠੀਕ ਹੈ ਨਾ ਜੀ। ਇਹਦਾ ਮਤਲਬ ਹੈ ਕਿ ਜਿਸ ਨੂੰ ਤੁਸੀਂ ਅਕਿਊਜ਼ ਮੰਨ ਰਹੇ, ਫਿਲਹਾਲ ਅਦਾਲਤ ਦੀ ਨਜ਼ਰ ਦੇ ਵਿੱਚ ਉਹ ਏਡਾ ਗੁਨਾਹਗਾਰ ਨਹੀਂ ਹੈ। ਤਾਂ ਹੁਣ ਰਾਜਨ ਅਰੋੜਾ ਨੂੰ ਸਤੰਬਰ ਤੱਕ ਇੱਕ ਵੱਡੀ ਰਾਹਤ ਹਾਈ ਕੋਰਟ ਨੇ ਦੇ ਦਿੱਤੀ ਆ, ਯਾਨੀ ਉਹਦੀ ਅਰੈਸਟ ਸਟੇ ਹੋ ਗਈ। ਹੁਣ ਉਹ ਦਵਾਈ ਚੋਂ ਆ ਕੇ ਜਾਂਚ ਪੜਤਾਲ 'ਚ ਸ਼ਾਮਲ ਹੁੰਦਾ ਹੈ, ਜੇ ਉਹ ਬਾਹਰ ਹੈ ਜਾਂ ਉਹ ਇੱਥੇ ਹੀ ਆ। ਕਿਉਂਕਿ ਅੱਜ ਕੱਲ੍ਹ ਖਬਰਾਂ ਤੁਹਾਨੂੰ ਪਤਾ ਹੀ ਆ, ਕਿਸੇ ਬੰਦੇ ਦੀਆਂ ਲੱਗ ਜਾਂਦੀਆਂ ਕਿ ਭਾਈ ਆਹ ਹੋ ਗਿਆ, BMW ਕਾਰਖਾਨਾ ਆਏਗਾ, ਔਰ ਅਗਲੇ ਦਿਨ ਕੁਝ ਵੀ ਨਹੀਂ। ਠੀਕ ਹੈ ਨਾ। ਖਬਰਾਂ ਤੇ ਇਹ ਵੀ ਲੱਗ ਜਾਂਦੀਆਂ ਕਿ ਗੋਲਡੀ ਬਰਾੜ ਮੁੱਖ ਮੰਤਰੀ ਦੇ ਦੱਸਣ ਅਨੁਸਾਰ ਫੜ ਲਿਆ ਗਿਆ, ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ। ਸੋ ਖਬਰਾਂ ਦਾ ਕੀ ਆ ਨਾ, ਮਤਲਬ ਕਸਮਾਂ ਦਾ ਕੀ ਆ, ਜਿੱਥੇ ਜੀ ਕੀਤਾ ਖਾ ਲੀਆਂ। ਵਧਾਈਆਂ ਜੀ ਵਧਾਈਆਂ, ਤੁਸੀਂ ਉੱਚਿਆਂ ਨਾਲ ਲਾ ਲਈਆਂ। ਗੱਲ ਇਹ ਆ ਕਿ ਖਬਰਾਂ ਦਾ ਵੀ ਅੱਜ ਕੱਲ੍ਹ ਕੁਝ ਐਸਾ ਹੀ ਹਾਲ ਆ। ਕੋਈ ਕਹਿ ਦਿੰਦਾ ਕੋਈ ਕਿਤੇ ਲੁਕਿਆ, ਕੋਈ ਕਿਤੇ ਲਿਖਿਆ। ਬਹਰਹਾਲ ਵੱਡੀ ਗੱਲ ਆ ਕਿ ਅਰੋੜਾ ਦੇ ਫਰਜ਼ੰਦ ਪੁੱਤਰ ਨੂੰ ਕਹਿ ਲਓ ਕਿ ਇੱਕ ਰਾਹਤ ਮਿਲ ਗਈ ਆ। ਉਹ ਸੁੱਖ ਦਾ ਸਾਹ ਲਵੇਗਾ ਜਨਾਬ। ਤੇ ਇਸ ਕੇਸ ਦੇ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਅਰੋੜਾ ਬਾਹਰ ਕਦੋਂ ਆਉਂਦਾ ਹੈ। ਉਹਦਾ ਸਮਾਂ ਲਗਭਗ ਬਾਹਰ ਆਉਣ ਵਾਲਾ ਹੋਇਆ ਪਿਆ, ਜਲਦੀ ਉਹ ਵੀ ਆ ਜਾਏਗਾ। ਠੀਕ ਹੈ ਜੀ। ਜੀ ਤੇ ਉਸ ਤੋਂ ਬਾਅਦ ਉਹ ਫਿਰ ਬੋਲਦਾ ਹੈ ਕਿ ਨਹੀਂ ਬੋਲਦਾ। ਬੋਲ ਮਿੱਟੀ ਤੇ ਆ ਪਾਵੇ ਆਵੇ ਤੂੰ ਬੋਲਦਾ ਕਿਉਂ ਨਹੀਂ। ਤੇ ਜੇ ਉਹ ਬੋਲਿਆ ਤੇ ਫਿਰ ਲੱਗ ਜਾਊ ਪਤਾ ਕਿ ਜਿਹੜਾ ਤੁਸੀਂ ਇੱਕ ਗਿਣਾਇਆ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਮਾਮਲਾ, ਕਿ ਕੀ ਉਹਦੇ ਵਿੱਚ ਕੁਛ ਹੈ। ਕਿਉਂਕਿ ਜੇ ਰਮਨ ਅਰੋੜਾ ਭਗਵੰਤ ਮਾਨ ਦੀ ਯਾਰੀ ਕਰਕੇ ਟੰਗਿਆ ਗਿਆ, ਤਾਂ ਫਿਰ ਕੁਛ ਜੀ ਨਾ ਕੁਛ ਤੇ ਨਿਕਲੇਗਾ ਜ਼ਰੂਰ, ਭਾਫ ਤੇ ਜ਼ਰੂਰ ਨਿਕਲੇਗੀ। ਜੀ ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਅਗਲੀ ਖਬਰ ਤੇ, ਤਾਂ ਦਾਅਵਾ ਹੈ ਕਿ ਗੁਰਸ਼ੇਰ ਸੰਧੂ ਨੂੰ ਬਣਾਇਆ ਗਿਆ ਬਲੀ ਦਾ ਬੱਕਰਾ, ਸਕੇਪਗੋਟ। ਦੇਖੋ, ਇਹ ਸਾਫ਼ ਆ, ਬਲੀ ਦਾ ਬੱਕਰਾ ਅਕਸਰ ਬਣਾ ਦਿੱਤਾ ਜਾਂਦਾ ਰਾਜਨੀਤੀ 'ਚ ਵੀ, ਪੁਲਿਸ ਮਾਮਲੇ ਦੇ ਵਿੱਚ ਵੀ। ਦੇਖੋ, ਅੱਜ ਇਹਨਾਂ ਨੇ ਜਾ ਕੇ ਉੱਥੇ ਇਹ ਦਾਅਵਾ ਕੀਤਾ ਕੋਰਟ ਦੇ ਵਿੱਚ ਵਕੀਲਾਂ ਦੇ ਮਾਰਫਤ ਕਿ ਭਾਈ ਅਸਲ ਦੇ ਵਿੱਚ ਨਾ ਤਾਂ ਇਹਦੇ ਹੱਥ ਸਿਕਿਉਰਿਟੀ, ਉਹ ਉੱਚ ਅਧਿਕਾਰੀਆਂ ਹੱਥ ਹਿਰਾਸਤ ਹੈਗੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੋਲ ਲਾਰੈਂਸ ਦੀ। ਤੇ ਦੱਸੋ ਗੁਰਸ਼ੇਰ ਸੰਧੂ ਮੁਲਜ਼ਮ ਕਿੱਦਾਂ ਹੋ ਗਿਆ? ਤਾਂ ਇਹਦੇ ਤੇ ਹਾਈ ਕੋਰਟ ਨੇ ਵੀ ਕਿਹਾ। ਦੇਖੋ, ਕਿਉਂਕਿ ਮਾਮਲਾ ਤੇ ਸਾਰਾ ਹਾਈ ਕੋਰਟ ਨੇ ਤੋਰਿਆ ਨਾ ਜੀ। ਹਾਈ ਕੋਰਟ ਦੇ ਵਿੱਚ ਅਸਲ 'ਚ ਇੱਕ ਜ਼ਮਾਨਤ ਦੀ ਅਰਜ਼ੀ ਆਈ ਸੀ। ਜਿਸ ਵੇਲੇ ਜ਼ਮਾਨਤ ਦੀ ਅਰਜ਼ੀ ਆਈ ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਇੰਟਰਵਿਊ ਵੀ ਆ ਗਈ। ਕਿਉਂ? ਕਿਉਂਕਿ ਉਹ ਜੇਲ੍ਹ ਦੇ ਵਿੱਚੋਂ ਕਾਲਿੰਗ ਦਾ ਹੀ ਮਾਮਲਾ ਸੀ।
ਜਿਹੜਾ ਜੀ ਜੀ ਜ਼ਮਾਨਤ ਦੀ ਸੁਣਵਾਈ ਦੇ ਤਹਿਤ ਸੀ। ਤਾਂ ਉਸ ਤੋਂ ਬਾਅਦ ਇਹ ਮਾਮਲਾ ਖੁੱਲਿਆ ਸੀ। ਤਾਂ ਹਾਈ ਕੋਰਟ ਨੇ ਸਾਫ਼ ਕਿਹਾ, ਅੱਜ ਟਿੱਪਣੀ ਕੀਤੀ ਹੈ ਇਹਦੇ 'ਚ। ਉਹਨਾਂ ਨੇ ਕਿਹਾ ਹੈ ਕਿ ਬਈ ਗੱਲ ਇਹ ਆ ਕਿ ਛੋਟੇ ਪੁਲਿਸ ਅਧਿਕਾਰੀਆਂ ਨੂੰ ਵਲੀ ਦਾ ਵੱਖਰਾ ਨਾ ਬਣਾਇਆ ਜਾਏ, ਕਿਉਂਕਿ ਇਸ ਤਰ੍ਹਾਂ ਦਾ ਇੰਟਰਵਿਊ ਬਿਨਾਂ ਸੀਨੀਅਰ ਅਫਸਰਾਂ ਦੀ ਮਨਜ਼ੂਰੀ ਦੇ ਨਹੀਂ ਹੋ ਸਕਦਾ। ਜੀ ਜੀ ਆਹੀ ਗੱਲ ਹੈ। ਦੇਖੋ, ਜਿਹੜਾ ਉਸ ਵੇਲੇ ਦਾ ਐਸਐਸਪੀ ਸੀ ਉੱਥੋਂ ਦਾ, ਉਹ ਤੇ ਇਹਨਾਂ ਦੇ ਇੱਕ ਮੰਤਰੀ ਦਾ ਜਿਗਰੀ ਯਾਰ ਹੈ। ਜੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਮਾਈਨਿੰਗ ਦਾ ਮਾਮਲਾ ਉਠਾਇਆ ਸੀਗਾ ਮਜੀਠੀਆ ਨੇ, ਉਦੋਂ ਵੀ ਉਸ ਐਸਐਸਪੀ ਦਾ ਜ਼ਿਕਰ ਆਇਆ। ਫਿਰ ਜੀ ਉਸ ਨੂੰ ਚੱਲਦੇ ਵਿਵਾਦਾਂ ਦੇ ਵਿੱਚ ਮੋਗੇ ਲਾਇਆ ਗਿਆ, ਕਿਉਂਕਿ ਮੋਗੇ ਵੀ ਮਾਈਨਿੰਗ ਹੁੰਦੀ ਹੈ ਬਹੁਤ ਜ਼ਿਆਦਾ, ਸਤਲੁਜ ਦਾ ਕੰਢਾ ਪੈਂਦਾ ਹੈ ਨਾ। ਤਾਂ ਮਤਲਬ ਇਹ ਸਮਝਿਆ ਜਾਂਦਾ ਹੈ ਪੁਲਿਸ ਫੋਰਸ ਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ ਗੁਰਸ਼ੇਰ ਦਾ ਪੱਖ ਲੈਂਦੇ ਆ ਕਿ ਅਸਲ ਜੀ ਦੇ ਵਿੱਚ ਉਸ ਬੰਦੇ ਨੂੰ ਬਚਾਉਣ ਵਾਸਤੇ, ਯਾਨੀ ਵੱਡੇ ਅਧਿਕਾਰੀ ਨੂੰ ਬਚਾਉਣ ਵਾਸਤੇ ਗੁਰਸ਼ੇਰ ਨੂੰ ਬਦਨਾਮ ਕੀਤਾ ਗਿਆ। ਦੇਖੋ, ਗੁਰਸ਼ੇਰ ਸੰਧੂ ਬੋਲਣਾ ਤਾਂ ਚਾਹੁੰਦਾ ਹੈ, ਹੁਣ ਮੈਂ ਜ਼ਿਆਦਾ ਨਹੀਂ ਬੋਲਾਂਗਾ, ਸਾਨੂੰ ਸੁਨੇਹ ਲੱਗੇ ਇੱਕ ਦੋ, ਪਰ ਫਿਰ ਚੁੱਪ ਚਾਂਦ ਜੀ ਹੋ ਗਈ ਨਾ। ਜੀ ਗੁਰਸ਼ੇਰ ਸੰਧੂ ਕੋਲ ਹੈ ਕੁਛ ਨਾ ਕੁਛ, ਉਹ ਪਤਾ ਨਹੀਂ ਹੁਣ ਕੋਰਟ 'ਚ ਬੋਲੇਗਾ ਜੀ ਜਾਂ ਜੇ ਨਹੀਂ ਸੁਣਵਾਈ ਹੋਏਗੀ ਤਾਂ ਕਿਤੇ ਫਿਰ ਕੋਈ ਮੌਕੇ ਤੇ ਬੋਲੇਗਾ। ਗੁਰਸ਼ੇਰ ਸੰਧੂ ਕੋਲ ਬਹੁਤ ਕੁਝ ਹੈ, ਐਸਾ ਮੈਨੂੰ ਲੱਗਦਾ ਹੈ। ਜੀ ਜਿਹੜੇ ਉਹਦੇ ਆਸੇ ਪਾਸੇ ਦੇ ਉਹਦੇ ਖੈਰ ਖਵਾ ਹਮਦਰਦ ਦੱਸਦੇ ਆ ਕਿ ਉਹਦੇ ਕੋਲ ਬਹੁਤ ਕੁਝ ਹੈ। ਉਹਦੇ ਚਾਹਣ ਵਾਲੇ ਕਹਿੰਦੇ ਆ ਕਿ ਉਹ ਤਾਂ ਬਹੁਤ ਇਮਾਨਦਾਰ ਅਫੀਸਰ ਸੀ, ਆਪਦੇ ਦਮ ਤੇ ਇੰਨੀ ਜਵਾਨ ਉਮਰ ਦੇ ਵਿੱਚ ਇੱਥੋਂ ਤੱਕ ਪਹੁੰਚਿਆ। ਖੈਰ, ਕਿਉਂਕਿ ਦੇਖੋ, ਸਾਡੀ ਇਹ ਵੀ ਇੱਕ ਕਹਿ ਲਓ ਕਿ ਤਰਾਸਦੀ ਆ ਸੀ, ਦੂਜਾ ਪੱਖ, ਕਿਉਂਕਿ ਪੁਲਿਸ ਵਾਲੇ ਦਾ ਤਾਂ ਪੱਖ ਅਸੀਂ ਸੁਣ ਕੇ ਰਾਜੀ ਨਹੀਂ, ਪਰ ਜੀ ਮੈਂ ਜੀ ਜਿਵੇਂ ਕਿਹਾ ਕਿ ਪੁਲਿਸ ਵਾਲਿਆਂ ਦੇ ਵਿੱਚ ਵੀ ਪੋਲਿਟਿਕਸ ਆ। ਜੀ ਤਾਂ ਬਹਰਹਾਲ ਦੇਖਦੇ ਆ ਇਹ ਮਾਮਲਾ ਹੁਣ ਸੁਣਵਾਈ ਦੇ ਤਹਿਤ ਜਿਵੇਂ ਜਿਵੇਂ ਅੱਗੇ ਵਧੇਗਾ। 18 ਅਗਸਤ 2025 ਨੂੰ ਜਦੋਂ ਦੁਬਾਰਾ ਇਸ ਦੀ ਸੁਣਵਾਈ ਹੋਏਗੀ, ਫਿਰ ਕਿਸੇ ਤਣ ਪੱਤਨ ਜਾਂਦਾ ਦਿਖੇਗਾ ਆਪਾਂ ਨੂੰ ਕਿ ਭਾਈ ਇਸ ਸਿਰੇ ਤੋਂ ਕਹਾਣੀ ਸ਼ੁਰੂ ਹੋ ਕੇ ਇਸ ਸਿਰੇ ਨੂੰ ਪਹੁੰਚਦੀ ਆ। ਆਪਾਂ ਨੂੰ ਇੰਤਜ਼ਾਰ ਹੀ ਕਰਨਾ ਪਵੇਗਾ, ਥੋੜੇ ਇੰਤਜ਼ਾਰ ਦਾ ਮਜ਼ਾ ਲੀजिए। ਜੀ ਸੋ ਇਸ ਤੋਂ ਅਗਲੇ ਹੀ ਖਬਰ ਦੇ ਉੱਪਰ ਜੇਕਰ ਆਪਾਂ ਚੱਲੀਏ ਤਾਂ ਉਧਰ ਮੈਰਾਥਨ ਦੌੜਾਕ ਫੌਜਾ ਸਿੰਘ ਹੁਣਾਂ ਨੂੰ ਕੁਚਲਣ ਵਾਲਾ ਇੱਕ ਐਨਆਰਆਈ ਨਿਕਲਿਆ। ਦੇਖੋ, ਐਨਆਰਆਈ ਦੀ ਗ੍ਰਿਫਤਾਰੀ ਦੀ ਖਬਰ ਜਦੋਂ ਕੱਲ ਆਪਾਂ ਪ੍ਰੋਗਰਾਮ ਖਤਮ ਕੀਤਾ ਹੈ, ਗੁਰਪ੍ਰੀਤ ਜੀ ਸ਼ਾਇਦ ਉਦੋਂ ਕੁਝ ਨਿਊਜ਼ ਵੈਬਸਾਈਟਸ ਨੇ ਚਲਾਤੀ ਸੀ ਜੀ ਤੇ ਉਸ ਤੋਂ ਬਾਅਦ ਪੁਸ਼ਟੀ ਹੋਣੀ ਬਾਕੀ ਸੀਗੀ। ਅੱਜ ਮੇਰੇ ਖਿਆਲ ਦੇ ਨਾਲ ਵੈਸਾ ਹੋ ਵੀ ਗਿਆ, ਕਿਉਂਕਿ ਅੱਜ ਦੀਆਂ ਅਖਬਾਰਾਂ ਦੇ ਵਿੱਚ ਤੇ ਉਪਰੋਕਤ ਐਨਆਰਆਈ ਦਾ ਨਾਮ ਹੀ ਛਪ ਗਿਆ। ਦਾਸੂਵਾਲ ਪਿੰਡ ਤੇ ਦੱਸਦੇ ਆ ਕਿ ਅਠੌਲੀ ਇਹ ਕਿਸੇ ਬੰਦੇ ਕੋਲ ਗੱਡੀ ਸੀ ਫੋਰਚੂਨਰ, ਉਸ ਤੋਂ ਬਾਅਦ ਇਹ ਸੈਲ ਹੁੰਦੀ ਆ ਤੇ ਦੱਸਦੇ ਆ ਕਿ ਇਹ ਕੈਨੇਡਾ ਤੋਂ ਆਇਆ ਸੀਗਾ 6-7 ਦਿਨ ਪਹਿਲਾਂ ਤੇ ਤੇਜ਼ ਰਫ਼ਤਾਰ ਹੋਣ ਕਰਕੇ ਇਹਨੂੰ ਪਤਾ ਹੀ ਨਹੀਂ ਲੱਗਿਆ। ਪਰ ਹੁਣ ਹੀ ਦੇਖੋ ਕਿ ਜਿਸ ਜਗ੍ਹਾ ਤੇ ਫੌਜਾ ਸਿੰਘ ਦਾ ਸਪੁੱਤਰ ਅੱਜ ਤੋਂ ਲਗਭਗ ਕੋਈ ਲਾ ਲਓ ਕਿ 30-35 ਸਾਲ ਪਹਿਲਾਂ ਗੁਜ਼ਰਿਆ ਸੀਗਾ, ਉਸੇ ਜਗ੍ਹਾ ਤੇ ਹੀ ਜਾ ਹੁਣ ਐਨਆਰਆਈ ਦੀ ਇਹ ਤੇ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਦੁਸ਼ਮਣੀ ਸੀ, ਰੰਜ ਸੀ, ਹੋਇਆ ਤੇ ਅਚਨਚੇਤੀ ਹੈ, ਪਰ ਦੱਸਦੇ ਕਿ ਓਵਰ ਸਪੀਡ ਸੀ। ਦੂਜੀ ਚੀਜ਼ ਕਿ ਇਹ ਬਣ ਗਿਆ ਹਿੱਟ ਐਂਡ ਰਨ ਦਾ। ਹੁਣ ਜੇ ਤਾਂ ਦੇਖੋ ਫੌਜਾ ਸਿੰਘ ਦੀ ਫੈਮਿਲੀ ਜਿਹੜੀ ਕਿ ਵਿਦੇਸ਼ ਦੇ ਵਿੱਚ ਵੀ ਆ, ਇੱਥੇ ਵੀ ਆ, ਜੇ ਤਾਂ ਉਹ ਇਕੱਠੇ ਹੋ ਕੇ ਇੱਕ ਦਿਆਨਤਦਾਰੀ ਵਰਤਦੇ ਆ ਤਾਂ ਮਾਮਲਾ ਹੋ ਸਕਦਾ ਕਿ ਸੈਟਲ ਹੋ ਜਾਵੇ, ਪਰ ਜੇ ਨਹੀਂ ਤਾਂ ਫਿਰ ਐਨਆਰਆਈ ਵਾਸਤੇ ਮੁਸ਼ਕਲ ਖੜੀ ਹੋ ਜਾਏਗੀ। ਤੁਹਾਨੂੰ ਪਤਾ ਹੈ ਕਿ ਇੱਥੇ ਸਪੀਡ ਲਿਮਿਟ ਵੀ ਹੈ, ਕਿਉਂਕਿ ਇੰਡੀਆ 'ਚ ਇਹੀ ਹੈ। ਮੈਂ ਅੱਜ ਗੱਲ ਕਰਦਾ ਸੀ, ਮੈਂ ਕਿਹਾ ਜੀ ਲੋਕ ਝੂਠੇ ਸੱਚੇ ਬਥੇਰੇ ਸਾਡੇ ਤੇ ਬੜਾ ਹੋਏ, ਪਰ ਅੱਜ ਤੱਕ ਰੋਡ ਤੇ ਕੋਈ ਮੇਰਾ ਚਲਾਨ ਨਹੀਂ ਹੋਇਆ, ਇੱਕ ਵੀ। ਚੰਡੀਗੜ੍ਹ ਬਹੁਤ ਮਤਲਬ ਕਿ ਘੁੰਮੇ ਘਮਾਏ ਆ, ਪਰੰਤੂ ਜੇ ਹੋ ਜੇ ਤੇ ਇੱਥੇ ਤੁਰੇ ਜਾਂਦੇ ਅਗਲੇ ਘੇਰ ਕੇ ਇੱਕ ਸਫਾਈ ਨਹੀਂ ਕਰ ਦੇਣੀ ਹੈ ਕਿ ਲੈ ਵੀ ਆਹ ਕੁਛ ਨਹੀਂ ਹੈ। ਇਹ ਇੰਡੀਆ ਹੈ, ਜੇ ਤੇ ਕੁਝ ਨਾ ਹੋਵੇ ਤੇ ਸਾਰੀ ਜ਼ਿੰਦਗੀ ਨਾ ਹੋਵੇ, ਤੇ ਜੇ ਹੋਣ ਤੇ ਆਇਆ ਸਰ, ਇਹ ਫਿਰ ਕਹਿ ਲਓ ਕਿ ਘੜੀਸ ਵੱਲ ਬਹੁਤ ਕੱਢਦਾ। ਹਿੱਟ ਐਂਡ ਰਨ ਦਾ ਮਾਮਲਾ ਜਾਂ ਓਵਰ ਸਪੀਡ ਦਾ ਮਾਮਲਾ, ਤੁਸੀਂ ਐਨਆਰਆਈ ਹੋ, ਉਹ ਤੁਹਾਡਾ ਪਾਸਪੋਰਟ ਜਮ੍ਹਾਂ ਕਰਾ ਲੈਣਗੇ, ਟਰਾਇਲ 'ਚ ਪਾ ਦੇਣਗੇ, ਤੁਹਾਨੂੰ ਜ਼ਮਾਨਤ ਲੈਣੀ ਪਊਗੀ,
ਬਹੁਤ ਮੁਸ਼ਕਲ ਆ। ਫਿਰ ਕੋਈ ਬੀਮਾ ਵਗੈਰਾ ਹੋਇਆ ਫੌਜਾ ਸਿੰਘ ਜੀ ਦਾ, ਤਾਂ ਮਤਲਬ ਕਿ ਤੁਹਾਨੂੰ ਚੱਕਰ ਹੀ ਚੱਕਰ ਆ ਜੀ। ਇਸ ਕਰਕੇ ਬਈ ਮੈਂ ਇੱਕ ਸਲਾਹ ਵੀ ਦੇਵਾਂਗਾ ਕਿ ਜੇ ਇੱਥੇ ਕੋਈ NRI ਆਉਂਦਾ ਆਪਦਾ ਕੋਈ 4 ਦਿਨ ਰਹਿਣਾ, ਤਾਂ ਪਹਿਲੀ ਗੱਲ ਹੈ ਕਿ ਆਪਦਾ ਇੱਕ ਡਰਾਈਵਰ ਹਾਇਰ ਕਰ ਲਓ, ਅੱਛਾ ਪ੍ਰੋਫੈਸ਼ਨਲ। ਇੱਥੇ ਨਾ ਸੜਕਾਂ ਦਾ ਪਤਾ ਲੱਗਦਾ ਤੇ ਨਾ ਸੜਕਾਂ ਤੋਂ ਟੱਪਣ ਵਾਲਿਆਂ ਦਾ ਪਤਾ ਲੱਗਦਾ, ਇੱਥੇ ਆਪ ਵੀ ਬਚਣਾ ਪੈਂਦਾ ਤੇ ਅਗਲੇ ਨੂੰ ਵੀ ਬਚਾਉਣਾ ਪੈਂਦਾ। ਸੋ ਇਸ ਕਰਕੇ ਤੇ ਕੁਤਾਹੀ ਨਾ ਕਰੋ, ਘੰਟਾ ਅੱਧਾ ਘੰਟਾ ਆਪਦਾ ਪਹਿਲਾਂ, ਜਿਵੇਂ ਤੁਸੀਂ ਇੱਥੇ ਬੜੇ ਡਿਸਪਲਿਨ ਦੇ ਨਾਲ ਔਨ ਟਾਈਮ ਰਵਾਨਾ ਹੁੰਦੇ ਹੋ ਘਰੋਂ, ਔਨ ਟਾਈਮ ਤੁਸੀਂ ਉੱਥੋਂ ਆਪਦਾ ਕੰਮ ਆਫ ਕਰਕੇ ਘਰ ਨੂੰ ਰਵਾਨਾ ਹੁੰਦੇ, ਤਾਂ ਮਤਲਬ ਕਿ ਇਹ ਚੀਜ਼ ਇੱਥੇ ਵੀ ਕਰ ਲਓ ਕਿ 1 ਘੰਟਾ ਵੱਧ ਹੀ ਲੈ ਕੇ ਤੁਰ ਲਓ। ਇਹ ਬੜਾ ਇੱਥੇ ਮੁਸ਼ਕਲ ਕੰਮ ਹੈ। ਜੇ ਕਿਤੇ ਰੋਡ ਐਕਸੀਡੈਂਟ 'ਚ ਫਸ ਗਿਆ ਕੋਈ ਬੰਦਾ, ਇੱਥੇ ਰੋਡ ਰੇਜ ਦੇ ਬੜੇ ਮਾਮਲੇ ਹੁੰਦੇ ਅੱਜ ਕੱਲ੍ਹ। ਇਸ ਵਾਸਤੇ ਜੇ ਇਹ NRI ਉਧਰ PR ਵਗੈਰਾ ਹੈ, ਤਾਂ ਮੇਰੇ ਖਿਆਲ ਦੇ ਨਾਲ ਮੁਸ਼ਕਲ ਤੇ ਆਏਗੀ ਨਾ ਜੇ ਟ੍ਰਾਇਲ ਅੱਗੇ ਵਧਿਆ ਤਾਂ। ਜੀ। ਸੋ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕਹਿੰਦੇ ਸਰਕਾਰ ਤੋਂ ਕੁਝ ਸਰਪੰਚ ਹੋਏ ਖਫਾ। ਇਹ ਸਰਪੰਚ ਕਿਹੜੇ ਨੇ ਜੀ ਜਿਹੜੇ ਖਫਾ ਹੋ ਗਏ? ਦੇਖੋ, ਜਦੋਂ ਸਰਕਾਰ ਵਫਾ ਨਹੀਂ ਕਰੇਗੀ ਤੇ ਫਿਰ ਉਹ ਖਫਾ ਤੇ ਹੋਣਗੇ। ਨਹੀਂ ਤੈਨੂੰ ਕਦੇ ਮੇਰੀਆਂ ਵਫਾਵਾਂ ਯਾਦ ਆਉਣੀਆਂ, ਮੇਰੇ ਟੁੱਟੇ ਦਿਲ ਦੀਆਂ ਹਾਵਾਂ ਯਾਦ ਆਉਣੀਆਂ। ਤਾਂ ਗੱਲ ਇਹ ਆ ਕਿ ਇੱਕ ਵਫਾ ਹੁੰਦੀ ਹੈ, ਇਹਦਾ ਆਪੋਜ਼ਿਟ ਸ਼ਬਦ ਹੁੰਦਾ ਜ਼ਫਾ। ਜੀ। ਜ਼ਫਾ ਤੁਮ ਕਰੋ, ਵਫਾ ਹਮ ਕरेंगे। ਸ਼ੇਰਾਂ ਸ਼ੂਰਾਂ ਦੇ ਗੀਤਾਂ ਗੂਤਾਂ ਦੀ ਕਮੀ ਨਹੀਂ ਆਉਂਦੀ ਆ ਸਾਡੇ ਖਬਰਾਂ ਵਾਲੇ ਚੱਕਰ 'ਚ, ਕੋਈ ਚੱਕਰ ਹੀ ਨਹੀਂ ਹੈਗਾ। ਤਾਂ ਗੱਲ ਇਹ ਆ, ਇਹ ਸਰਪੰਚ ਇਸ ਕਰਕੇ ਕਹਿੰਦੇ ਆ ਕਿ ਬਈ ਸਰਕਾਰ ਜ਼ਫਾ ਕਰ ਰਹੀ ਆ। ਜ਼ਫਾ ਕਿਵੇਂ? ਮਾਨਸਾ ਜ਼ਿਲ੍ਹੇ ਦੇ ਕੁਝ ਮਤਲਬ ਕਿ ਸਰਪੰਚ ਇਕੱਤਰ ਹੋਏ, ਉਹ ਕਹਿੰਦੇ ਆ ਕਿ ਸਟੇਡੀਅਮ ਬਣ ਰਹੇ ਨੇ ਜਿਹੜੇ, ਤੁਹਾਨੂੰ ਪਤਾ ਹੀ ਹੈ ਨਾ, ਖੇਡ ਸਟੇਡੀਅਮ ਜਿਹੜੇ ਹੁੰਦੇ ਆ, ਇਹਨਾਂ ਦਾ ਨਿਰਮਾਣ ਕਾਰਜ ਆਰੰਭ ਹੋਇਆ। ਇਹ ਕਹਿੰਦੇ ਕਿ ਸਰਕਾਰ ਨੇ ਡਾਇਰੈਕਟ ਠੇਕੇਦਾਰਾਂ ਨੂੰ ਕੰਮ ਦੇ ਦਿੱਤਾ ਹੈ। ਜੀ। ਮਤਲਬ ਸਰਪੰਚਾਂ ਦਾ ਦੋਸ਼ ਇਹ ਆ ਕਿ ਜਿਹੜੇ ਸਟੇਡੀਅਮ ਜ਼ਿਲ੍ਹੇ ਦੇ ਵਿੱਚ ਮਾਨਸਾ 'ਚ ਸ਼ੁਰੂ ਹੋਏ ਆ, ਇਹਦੇ ਲਈ ਕਰੋੜਾਂ ਦੀ ਰਾਸ਼ੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ। ਲੇਕਿਨ ਹੁਣ ਸਰਕਾਰ ਨੇ ਟੈਂਡਰ ਕੱਢ ਕੇ ਸਟੇਡੀਅਮ ਬਣਾਉਣ ਦਾ ਕੰਮ ਠੇਕੇਦਾਰਾਂ ਨੂੰ ਸੌਂਪ ਦਿੱਤਾ ਹੈ, ਤਾਂ ਸਰਪੰਚਾਂ ਨੇ ਕੀਤਾ। ਦੇਖੋ, ਆਹੀ ਤੇ ਗੱਲਾਂ ਅਸੀਂ ਕਰਦੇ ਸੀ, ਆਈਓ ਗੱਲਾਂ ਮਾੜੀਆਂ ਨਹੀਂ, ਆਈਓ ਗੱਲਾਂ ਮਾੜੀਆਂ। ਵੇਖੋ, ਇਹ ਰੰਗ ਨੇ ਇਹ ਸਰਪੰਚ ਜ਼ਿਆਦਾਤਰ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਪੰਚਾਇਤਾਂ ਕਿਹਦੀਆਂ? ਆਮ ਆਦਮੀ ਪਾਰਟੀ। ਇਹ ਕੀ ਕਰ ਰਹੇ ਨੇ ਕਿ ਦੇਖੋ, ਹੁਣ ਪੱਖ ਦੋਵੇਂ ਆ। ਇਹ ਕੱਲ ਨੂੰ ਇਹੀ ਗੱਲ ਕਹਿਣਗੇ ਕਿ ਸਾਨੂੰ ਸਾਡੇ ਸਰਪੰਚਾਂ ਤੇ ਯਕੀਨ ਨਹੀਂ, ਬਈ ਏਦਾਂ ਹੋ ਜਾਂਦਾ ਉਦਾਂ ਹੋ ਜਾਂਦਾ, ਸਮਝਦੇ ਹੋ? ਜੀ ਜੀ। ਪਰ ਇਹਨਾਂ ਨੂੰ ਸਵਾਲ ਜੇ ਕਾਊਂਟਰ ਕਰੋਗੇ ਤਾਂ ਪੰਚਾਇਤਾਂ ਕਿਹਨਾਂ ਦੀਆਂ? ਉਦੋਂ ਤੱਕ ਕਲੇਮ ਕਰਦੇ ਸੀ ਕਿ ਇੰਨੇ % ਪੰਚਾਇਤਾਂ ਹੀ ਸਾਡੀਆਂ। ਵਿਰੋਧੀ ਤਾਂ ਪੂਰੇ ਪੰਜਾਬ 'ਚ ਬਣੇ ਹੀ ਨਹੀਂ, ਬਹੁਤ ਥੋੜੇ ਨੇ। ਫਿਰ ਇਹ ਭੱਜ ਜਾਣਗੇ ਜਦੋਂ ਤੁਸੀਂ ਕਾਊਂਟਰ ਕਰੋਗੇ ਨਾ ਇਹਨਾਂ ਨੂੰ। ਆਮ ਆਦਮੀ ਪਾਰਟੀਆਂ ਦਾ, ਇਹਨਾਂ ਦਾ ਜਿਹੜੇ ਸਮਰਥਕਾਂ ਦਾ ਨਾ, ਇੱਕ ਤੁਹਾਨੂੰ ਮੈਂ ਫਾਰਮੂਲਾ ਦੇ ਦਿੰਦਾ ਜੀ। ਤੁਸੀਂ 2-4 ਮਾਮਲਿਆਂ 'ਚ ਕਾਊਂਟਰ ਕਰ ਗਏ ਨਾ, ਇਹ ਨੱਸ ਜਾਣਗੇ। ਇਹ ਤੁਹਾਨੂੰ ਬਹੁਤ ਹਿਲਾ ਦੇਣਗੇ, ਇਹਦਾ ਜੀ ਉਹਦਾ, ਉਹਨਾਂ ਨੇ ਕੀ ਕੀਤਾ, ਫਲਾਣੇ ਨੇ ਕੀ ਕੀਤਾ। ਜੇ ਤੁਸੀਂ ਇੱਕ ਸਵਾਲ ਤੇ ਖੜ ਕੇ 1-2 ਵਾਰ ਕਾਊਂਟਰ ਕਰ ਗਏ ਨਾ, ਕਹਿਣਗੇ, ਗਾਲਾਂ ਕੱਢ ਦੇਣਗੇ, ਬਲੌਕ ਕਰ ਦੇਣਗੇ, ਜਾਂ ਕੁਛ ਨਾ ਕੁਛ ਕਰਕੇ ਨਿਕਲ ਜਾਣਗੇ ਦਾਤਾ ਕਰਕੇ। ਸੋ ਗੱਲ ਇਹ ਆ ਕਿ ਤੁਹਾਡੇ ਹੀ ਸਰਪੰਚ ਨੇ ਜੀ, ਠੀਕ ਆ। ਜੇ ਉਹ ਕੁੱਤੇ ਕਰਦੇ ਆ ਤਾਂ ਨਿਰਪੱਖ ਢੰਗ ਨਾਲ ਕਰਾਓ, ਕਿਉਂਕਿ ਇਹਦੇ ਵਿੱਚ ਇਹ ਹੈ ਨਾ ਕਿ ਠੇਕੇਦਾਰ ਤੁਸੀਂ ਟੈਂਡਰ ਲਾ ਰਹੇ ਹੋ ਤੇ ਟੈਂਡਰਾਂ ਤੇ ਤਾਂ ਅੱਗੇ 36 ਵਾਰੀ ਰੌਲਾ ਪਿਆ। ਮਿਸਾਲ ਦੇ ਤੌਰ ਤੇ ਜਿਹੜਾ ਤੁਹਾਨੂੰ ਯਾਦ ਹੋਣਾ ਹੈ, ਇਹਨਾਂ ਨੇ ਉਹ ਕਮਿਸ਼ਨਰ ਦਾ ਸ਼ਾਇਦ ਅਹੁਦਾ ਸੀ ਉਹਦੇ ਕੋਲ, ਲੁਧਿਆਣੇ ਦਾ, ਸਰਚ ਕਰ ਲੈਣਾ ਤੁਹਾਨੂੰ ਲੱਭ ਜਾਏਗਾ। ਉਹ ਟੈਂਡਰ ਦਾ ਹੀ ਤਾਂ ਰੌਲਾ ਸੀ। ਟੈਂਡਰ 'ਚ ਡਾਇਰੈਕਟ ਕਮਿਸ਼ਨ ਮੰਗ ਰਿਹਾ ਸੀ ਠੇਕੇਦਾਰ ਤੋਂ। ਜੀ ਜੀ। ਠੀਕ ਹੈ ਨਾ ਜੀ। ਤਾਂ ਮਤਲਬ ਕਿ ਇੱਥੇ ਵੀ ਤਾਂ ਫਿਰ ਗੜਬੜੀ ਦਾ ਅੰਦੇਸ਼ਾ ਕਿ ਤੁਹਾਡੇ ਹੋ ਸਕਦਾ ਤੁਹਾਡੇ ਚਹੇਤਿਆਂ ਨੂੰ ਟੈਂਡਰ ਟੁੱਟੇ ਹੋਣ ਜੀ ਤੇ ਜੀ। ਕੋਈ ਸਾਨੂੰ ਅੱਤ ਕਥਨੀ ਨਹੀਂ ਇਸ ਗੱਲ ਕਹਿਣ 'ਚ, ਜਾਂ ਕਹਿ ਲਓ ਹੈਰਾਨੀ ਨਹੀਂ ਕਿ ਠੇਕੇਦਾਰ ਵੀ ਸ਼ਾਇਦ ਤੁਹਾਡੇ ਦਿੱਲੀ ਆ ਜਾਣ। ਜੀ ਜੀ। ਤਾਂ ਅੱਜ ਕੱਲ ਲਾਈਵ ਕਰਨ ਵਾਲੇ ਜਿਹੜੇ ਵਿਧਾਨ ਸਭਾ 'ਚ ਸਕਸੈਨਾ ਵਰਗੇ ਦਿੱਲੀ ਤੋਂ ਆ ਕੇ ਬੈਠੇ ਨੇ ਤੇ ਲੋਕ ਟਾਈਲਾਂ ਲਾਉਣੀਆਂ, ਜਾਂ ਸਟੇਡੀਅਮ ਦੇ ਵਿੱਚ ਸੀਮੈਂਟ
ਰੇਤਾ ਬਜਰੀ ਹੀ ਲਾਉਣਾ ਹੈ, ਸਾਰਾ ਕੁਝ ਕਰਨਾ ਹੈ। ਤਾਂ ਇਸ ਕਰਕੇ ਇਹ ਦੇਖਣਯੋਗ ਗੱਲ ਹੋਏਗੀ ਹੁਣ ਕਿ ਕੀ ਸਾਰੇ ਪੰਜਾਬ 'ਚ ਹੀ ਇਦਾਂ ਦਾ ਮਾਹੌਲ ਬਣੇਗਾ ਜਾਂ ਇੱਕ ਦੋ ਥਾਵਾਂ ਤੇ ਰਹੂ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜਿਹੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਧੰਨਵਾਦ ਅਕਾਲ। ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਰਹੇਗੀ ਬਰਕਰਾਰ। ਧੰਨਵਾਦ। ਸਤਿ ਸ਼੍ਰੀ ਅਕਾਲ।